केसरी विरासत में एक बार फिर तुहाडा हार्दिक स्वागत। जिवें तुसीं जाणदे हो कि असीं सरदार मल सिंह होणां दे नाल इस विषय उत्ते 6 कड़ियां दे चुके हैं। जिहड़ी इन्हां ने पुस्तक लिखी है डॉक्टर अंबेडकर सिख क्यों ना बन सके, दोषी कौन। सारी पुस्तक का लेखा जोखा करते जा रहे हैं तो वो इस मुकाम पर असीं पहुँच गए कि जिहड़े ये घटना चक्कर ये जिहड़ी गलबात है उन्होंने सिख बनने की वो रुकण तो बाद जिहड़े भी विद्वान साडे आए ने उन्होंने विद्वानों ने उस घटना चक्कर नूं आपो अपने अंदाजे नाल आपो अपने ढंग तरीके नाल आपो अपने सोर्सां नाल लिखण की कोशिश की है। पर वो किते ना किते बहुत सारिया अजिहियां चीज़ां शामिल हो गई जो विद्वानों के कुछ अपने मन के तौखले सी, उन्हों की अपनी असैसमेंट सीगियां ते वो चीज़ां भी विच शामिल हो गई जिहदे नाल किते ना किते अगे दी अगे जिहड़ी सूचना आ वो होर दा होर रूप अख्तियार करती नज़र आई है। तो अज असीं इन्हां विद्वानों की लड़ी च विचार चर्चा कर लई मौजूद हैं श्री लाहौरी राम बाली। लाहौरी राम बाली जिवें तुसीं जाणदे हो कि इस साहित्य दे विच डॉक्टर अंबेडकर ते उन्होंने बहुत लिखा, दलित साहित्य बारे बहुत कुछ लिखा तो वो मन्ने परमन्ने विद्वान ने। तो उन्हां दीयां लिखतां बारे खास तौर पर इस घटना चक्कर बारे जिहड़ियां लिखतां ने की विचार ने वो सरदार मल सिंह होणां कोल जाणांगे। सरदार सब तो पहला तुहाडा बहुत बहुत स्वागत जी। धन्यवाद जी। वाहिगुरू जी का खालसा वाहिगुरू जी की फतेह जी। मैं ये बेनती करनी चाहांगा कि बाली जी ने डॉक्टर अंबेडकर जीवन ते मिशन एक 1981 दे विच जारी की सी जी। दूसरी उहदा हिंदी अनुवाद जी 2006 दे विच उन्होंने जारी किया जी। तीसरी पुस्तक डॉक्टर अंबेडकर जीवन अते मिशन लाहौरी राम बाली जी ये 6 दिसंबर 2017 ਦੇ ਵਿੱਚ जी ਉਹਨਾਂ ਨੇ ਭਵਨ ਦੇ ਵਿੱਚ ਜਾਰੀ ਕੀਤੀ ਸੀ ਜੀ। ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਡਾਕਟਰ ਸਾਹਿਬ ਦੇ ਸਿੱਖ ਨਾਮ ਬਣ ਸਕਣ ਦਾ ਜਿਹੜੇ ਕਾਰਨ ਨੇ ਉਹ ਕੀ ਨੇ, ਜੇਕਰ ਆਪਾਂ ਉਹਦੀ ਗੱਲ ਕਰਦੇ ਹਾਂ। ਇਹ 1981 ਵਾਲਾ ਜਿਹੜਾ ਐਡੀਸ਼ਨ ਹੈ ਜੀ ਪਹਿਲਾ ਜੀ ਉਹਦੇ ਵਿੱਚ ਧਰਮ ਪਰਿਵਰਤਨ 1936 ਬਾਰੇ 153 ਸਫ਼ੇ ਤੋਂ ਸ਼ੁਰੂ ਕੀਤਾ ਆ ਜੀ, ਜਿਹੜਾ ਅੱਗੇ 10-15 ਪੇਜ ਚੱਲਦਾ ਆ ਪਰ ਉਹਦੇ ਵਿੱਚ ਲਿਖਤ ਹੋਰ ਵੀ ਹੈਗੀ ਆ, ਉਹ ਸਾਰੀ ਇਸ ਮਾਮਲੇ ਨੇ ਨਿਰੋਲ ਨਹੀਂ ਹੈ ਜੀ। ਉਹਦੇ ਵਿੱਚ ਜੋੜਾ ਕਾਨਫਰੰਸ ਦਾ ਜ਼ਿਕਰ ਆ, ਅੱਗੇ ਫਿਰ ਕੀਰਤਨ ਦਰਬਾਰ 'ਚ ਆਪਣੇ 12-13 ਜਨਵਰੀ 1936 ਨੂੰ ਬਾਬਾ ਸਾਹਿਬ ਸ਼ਾਮਲ ਹੋਏ, ਉਹ ਵੀ ਜ਼ਿਕਰ ਆ। ਜਿਹੜੀ ਆਪਣੇ ਸਰਦਾਰ ਦਲੀਪ ਸਿੰਘ ਦੁਆਬੀਆ ਮੀਤ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ, ਉਹਨਾਂ ਨੇ ਜਿਹੜੀ ਤਾਰ ਬਾਬਾ ਸਾਹਿਬ ਨੂੰ ਚਿੱਠੀ ਲਿਖੀ ਤਾਰ ਦਿੱਤੀ ਸੀ ਉਹਦਾ ਵੀ ਜ਼ਿਕਰ ਆ। ਤੇ ਫਿਰ ਅੱਗੇ ਮਹਾਰ ਕਾਨਫਰੰਸ ਦਾ ਵੀ ਜ਼ਿਕਰ ਹੈ ਪਰ ਉਹ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਤਾਇਆ ਜਾਂ ਲਿਖਿਆ ਹੈ। ਜਿੱਥੋਂ ਤੱਕ ਸੰਬੰਧ ਹੈ ਜੀਵਨ ਤੇ ਮਿਸ਼ਨ ਦਾ 1981 ਵਾਲੇ ਦਾ, ਉਹਦੇ ਵਿੱਚ ਸ਼੍ਰੀ ਬਾਲੀ ਜੀ ਨੇ ਮਾਸਟਰ ਤਾਰਾ ਸਿੰਘ ਜੀ ਨੂੰ, ਸਿੱਖ ਲੀਡਰਾਂ ਨੂੰ, ਸ਼੍ਰੋਮਣੀ ਕਮੇਟੀ ਨੂੰ ਜਾਂ ਨਨਕਾਣਾ ਸਾਹਿਬ ਵਾਲੀ ਕਮੇਟੀ ਨੂੰ ਕਿਤੇ ਵੀ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ ਜੀ। ਇਹ ਗੱਲ ਬਿਲਕੁਲ ਸਾਫ਼ ਹੈ ਜੀ। ਠੀਕ ਹੈ, ਕਿਉਂਕਿ ਇਹ ਬਹੁਤ ਸਾਰੇ ਹੱਥਾਂ ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਕੋਲ ਪਈ ਆ ਤੇ ਉਹ ਪੜ੍ਹ ਕੇ ਦੁਆਰੇ ਦੇਖ ਸਕਦੇ ਆ ਜੀ ਕਿ ਜੇ ਉਹਨਾਂ ਦਾ ਕੋਈ ਦੋਸ਼ ਸੀ ਤਾਂ ਫਿਰ ਉਹਨਾਂ ਨੇ 1981 ਦੇ ਵਿੱਚ ਦੋਸ਼ੀ ਉਹਨਾਂ ਨੂੰ ਕਿਉਂ ਨਹੀਂ ਠਹਿਰਾਇਆ ਜੀ। ਬਿਲਕੁਲ। ਤੇ ਇਹਦਾ ਅਰਥ ਸਾਫ਼ ਹੈ। ਉਹਨਾਂ ਨੇ ਲਾਹੌਰੀ ਰਾਮ ਬਾਲੀ ਜੀ ਨੇ ਜਿਹੜਾ ਡਾਕਟਰ ਮੁੰਗੇ ਤੇ ਅੰਬੇਦਕਰ ਜੀ ਦਰਮਿਆਨ ਸਮਝੌਤਾ ਹੋਇਆ ਸੀ ਉਹਦੇ ਸੰਬੰਧ 'ਚ ਇੱਕ ਲਾਈਨ ਲਿਖੀ ਆ ਵੀ 18/6/1936 ਨੂੰ ਡਾਕਟਰ ਮੁੰਗੇ ਬਾਬਾ ਸਾਹਿਬ ਦੇ ਘਰ ਗਏ ਜੀ। ਉਹ ਘਰ ਉਹਨਾਂ ਦੇ ਕਿਉਂ ਗਏ ਜੀ, ਉਹਨਾਂ ਦਾ ਉਦੇਸ਼ ਕੀ ਸੀ, ਉੱਥੇ ਜਾ ਕੇ ਕੀ ਗੱਲਬਾਤ ਹੋਈ, ਉਹ ਗੱਲਬਾਤ ਜਵਾਨੀ ਕਲਾਮੀ ਸੀ ਜਾਂ ਉਹ ਲਿਖਤੀ ਰੂਪ ਵਿੱਚ ਸੀ, ਤੇ ਇਹਦਾ ਕੋਈ ਜ਼ਿਕਰ ਨਹੀਂ ਹੈ। ਆਪਣੇ ਡਾਕਟਰ ਅੰਬੇਦਕਰ ਸਟੇਟਮੈਂਟ ਸੀ, ਫਾਰਮੂਲਾ ਦੇ ਸਟੇਟਮੈਂਟ ਸੀ ਜਾਂ ਕੁਝ ਹੋਰ ਸੀ, ਉਹ ਕੋਈ ਉਹਦੇ ਬਾਰੇ ਕੁਛ ਨਹੀਂ ਲਿਖਿਆ ਪਰ ਉਹਦਾ ਜ਼ਿਕਰ ਉਹਨੇ ਅੱਗੇ ਜ਼ਰੂਰ ਕੀਤਾ ਹੈ। ਫਿਰ ਉਹਨਾਂ ਨੇ ਅੱਗੇ ਇਹ ਵੀ ਨਹੀਂ ਕੁਛ ਲਿਖਿਆ ਕਿ ਡਾਕਟਰ ਅੰਬੇਦਕਰ ਨੇ ਆਪਣੀ ਵੱਲੋਂ 5-4 ਸਫ਼ੇ ਦਾ ਇਤਰਾਜ਼ 15/8/1936 ਦੇ ਜਨਤਾ ਅਖਬਾਰ 'ਚ ਉਹਨਾਂ ਨੇ ਵਿਰੋਧ ਵਜੋਂ ਆਪਣੀ ਲਿਖਤ ਦਿੱਤੀ ਸੀ, ਉਹਦਾ ਵੀ ਕੋਈ ਜ਼ਿਕਰ ਨਹੀਂ ਗਾ।
ਜਦੋਂ ਕਿ ਸ਼੍ਰੀ ਭਗਵਾਨ ਦਾਸ ਜੀ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਦਿੱਲੀ ਉਹਨਾਂ ਦੀ ਪੁਸਤਕ 10 ਸਪੋਕ ਅੰਬੇਦਕਰ ਵੋਲੀਅਮ 4 ਦੇ 294 ਤੋਂ 307 ਸਫ਼ੇ ਤੱਕ ਇਹ ਫਾਰਮੂਲਾ ਤੇ ਸਟੇਟਮੈਂਟ ਵੀ ਦਰਜ ਹੈ, ਜਿਹੜਾ ਜਦੋਂ ਉਹਨਾਂ ਨੇ ਇਹਨੂੰ ਅਖਬਾਰ ਦੇ ਵਿੱਚ ਛਾਇਆ ਕਰਾ ਦਿੱਤਾ ਤਾਂ ਜਿਹੜਾ ਡਾਕਟਰ ਸਾਹਿਬ ਨੇ ਇਤਰਾਜ਼ ਕੀਤਾ, ਜਿਹੜਾ ਉਹ ਛਪਿਆ ਸੀ ਤੇ ਉਹ ਵੀ ਉਹਦੇ ਵਿੱਚ ਦਰਜ ਹੈ। ਅੱਛਾ ਜੀ। ਉਹ ਕਿਤਾਬ ਦੇ ਵਿੱਚ ਬਾਲੀ ਸਾਹਿਬ ਦਾ ਨਾਂ ਹੈ ਤੇ ਉਹ ਜਿਹੜਾ ਸਾਰਾ ਜਿਹੜਾ ਉਹ ਹਿੱਸਾ ਹੈਗਾ 294 ਤੋਂ 307 ਸਫ਼ੇ ਦਾ ਉਹ ਲਾਜ਼ਮੀ ਇਹਨਾਂ ਨੇ ਪੜ੍ਹਿਆ ਹੋਊਗਾ ਕਿਉਂਕਿ ਇਹਨਾਂ ਦੇ ਕੋਲ ਆਉਂਦੇ ਜਾਂਦੇ ਵੀ ਸੀ ਤੇ ਉਹ ਹਿੱਸਾ ਨਹੀਂ ਇਹਨਾਂ ਨੇ ਮਤਲਬ ਬਿਆਨ ਨਹੀਂ ਕੀਤਾ, ਮਤਲਬ ਛੋਇਆ ਨਹੀਂ। ਹਾਂ, ਉਸ ਹਿੱਸੇ ਨੇ ਛੋਇਆ ਕਿਉਂਕਿ ਉਹਦੇ ਵਿੱਚ 5 ਬੰਦਿਆਂ ਦੇ ਨਾਂ ਜਿਹੜੇ ਆ ਉਹ ਦੋਸ਼ੀਆਂ ਦੇ ਪਤਾ ਲੱਗਦੇ ਆ। ਅੱਛਾ ਜੀ। ਹਾਂਜੀ, ਉਹ ਹਿੱਸਾ ਇਹਨਾਂ ਨੇ ਨਹੀਂ ਛੋਇਆ ਜੀ। ਜਿੱਥੋਂ ਤੱਕ ਆਪਣੇ ਜਿਹੜੀ ਕਾਨਫਰੰਸ 30-31 ਮਈ 1936 ਨੂੰ ਬਾਬਾ ਸਾਹਿਬ ਨੇ ਇੱਥੋਂ ਅੰਮ੍ਰਿਤਸਰੋਂ ਜਾ ਕੇ ਕੀਤੀ ਸੀ ਜੀ, ਮਹਾਰ ਭਾਈਚਾਰੇ ਦੀ, ਹਾਂਜੀ, ਉਹਦਾ ਜ਼ਿਕਰ ਪਿੱਛੇ ਕਰ ਆਏ ਆ। ਹਾਂਜੀ ਹਾਂਜੀ। ਉਹਦੇ ਵਿੱਚ 30,000 ਦਾ ਗੱਠ ਸੀ ਜੀ ਤੇ ਉਸ ਕਾਨਫਰੰਸ ਨੂੰ ਇਹਨਾਂ ਨੇ 390 ਸਫ਼ੇ ਤੇ 390 ਸਫ਼ੇ ਤੇ ਇਹਨਾਂ ਨੇ ਲਿਖਿਆ ਆ 1936 ਮਈ 31 ਬੰਬਈ ਵਿੱਚ ਦੂਸਰੀ ਬੁੱਧ ਧਰਮ ਪਰਿਵਰਤਨ ਸੰਬੰਧੀ ਕਾਨਫਰੰਸ ਨੂੰ ਸੰਬੋਧਨ ਕੀਤਾ। ਅੱਛਾ। ਜਦੋਂ ਕਿ ਉਹ ਕਾਨਫਰੰਸ ਜਿਹੜੀ ਆ ਉਹ ਬੁੱਧ ਧਰਮ ਨੂੰ ਆਪਣੇ ਪਰਿਵਰਤਨ ਲਈ ਥੋੜੀ ਉਹ ਬਣਾਈ ਗਈ ਸੀ। ਉਹ ਮਹਾਰ ਕਾਨਫਰੰਸ ਸੀਗੀ। ਹਾਂ, ਮਹਾਰ ਕਾਨਫਰੰਸ ਉਹ ਸਿੱਖ ਧਰਮ ਅਪਣਾਉਣ ਲਈ ਲੋਕਾਂ ਨੂੰ ਤਿਆਰ ਕਰਨਾ ਸੀਗਾ, ਭਾਈਚਾਰੇ ਨੂੰ ਜੀ, ਉਹ ਇਸ ਕਰਕੇ ਬੁਲਾਈ ਗਈ ਸੀ, ਨਾ ਕਿ ਬੁੱਧ ਧਰਮ ਅਪਣਾਉਣ ਲਈ ਜੀ। ਤੇ ਇਹਦੇ ਵਿੱਚ ਜਿਹੜੀ ਇਹ ਤੋਂ ਫਿਰ ਇਹ ਵੀ ਸਾਬਤ ਹੋ ਜਾਂਦਾ ਇਹ ਦੂਜੀ ਕਾਨਫਰੰਸ ਲਿਖਿਆ ਹੈ। ਇਹ ਤੋਂ ਇਹ ਵੀ ਮਹਿਸੂਸ ਹੁੰਦਾ ਵੀ ਜਿਹੜੀ 12-13 ਅਕਤੂਬਰ 1935 ਨੂੰ ਜਿਹੜੀ ਕਾਨਫਰੰਸ ਕੀਤੀ ਸੀ ਜੋੜਾ ਨਾਸਕ ਵਿਖੇ ਜੀ, ਉਹ ਵੀ ਬੁੱਧ ਧਰਮ ਅਪਣਾਉਣ ਲਈ ਸੀ। ਹਾਂਜੀ। ਜਦੋਂ ਕਿ 28/11 1935 ਦਾ ਉਹਨਾਂ ਦਾ ਬਿਆਨ ਹੈ, ਉਹ ਆਪਣੇ ਬੋਲੂਆਂ ਦੇ ਵਿੱਚ ਮਿਲਦਾ ਹੈਗਾ ਤੇ ਅਖਬਾਰ 'ਚ ਵੀ ਛਪਿਆ ਹੈ। ਉਹਨਾਂ ਨੇ ਇਹ ਕਿਹਾ ਸੀ ਕਿ ਬੁੱਧ ਧਰਮ ਅਪਣਾਉਣ ਵਿੱਚ ਸਾਡੇ ਲਈ ਕੁਝ ਅੜਚਣਾ ਆ ਤੇ ਆਰੀਆ ਸਮਾਜ ਨੂੰ ਮੇਰਾ ਸਮਾਜ ਨਕਾਰ ਚੁੱਕਾ ਆ। ਹੁਣ ਅਸੀਂ ਸਿੱਖ ਧਰਮ 'ਚ ਜਾਣ ਲਈ ਵਿਚਾਰ ਕਰਾਂਗੇ। ਵੀ ਜਦੋਂ ਉਹਨਾਂ ਨੂੰ ਬੁੱਧ ਧਰਮ ਅਪਣਾਉਣ ਲਈ ਉਹਨਾਂ ਨੂੰ ਮੁਸ਼ਕਿਲਾਂ ਮਹਿਸੂਸ ਹੁੰਦੀਆਂ ਸੀ ਜਾਂ ਅੜਚਣਾਂ ਸੀਗੀਆਂ ਜਾਂ ਕੋਈ ਘਾਟਾ ਨਜ਼ਰ ਆਉਂਦੀਆਂ ਸੀ ਵੀ ਉਹਨਾਂ ਨੇ ਉਹ ਆਪ ਲਿਖਿਆ। ਉਹ ਤੋਂ ਬਾਅਦ ਉਹ ਨਾਨਕ ਸਾਹਿਬ ਦੇ ਗੁਰਪੁਰਬ 'ਚ ਵੀ ਉਹ ਸ਼ਾਮਲ ਹੋਏ ਆ। 8 ਨਵੰਬਰ 1935 ਤੋਂ ਬਾਅਦ ਐਤਵਾਰ ਸੀਗਾ ਤਾਂ ਉੱਥੇ ਉਹ ਸਿੱਖ ਜਥੇਬੰਦੀ ਜਿਹੜੀ ਸੀ ਸਿੰਘ ਸਭਾ ਗੁਰਦਿੱਤ ਸਿੰਘ ਸੇਠੀ ਉਹਨਾਂ ਨੇ ਡਾਕਟਰ ਸਾਹਿਬ ਨੂੰ ਬੁਲਾਇਆ ਸੀ ਔਰ ਉੱਥੇ ਗਏ ਆ, ਭਾਸ਼ਣ ਦੇ ਕੇ ਆਏ ਆ। ਤੇ ਉਹ ਤੋਂ ਬਾਅਦ ਜਨਵਰੀ 12-13 ਨੂੰ ਫਿਰ ਉੱਥੇ 10ਵੇਂ ਪਾਤਸ਼ਾਹ ਦਾ ਗੁਰਪੁਰਬ ਦੇ ਸੰਬੰਧ ਵਿੱਚ ਉਹਨਾਂ ਨੇ ਉੱਥੇ ਕੀਰਤਨ ਦੁਆਰਾ ਕੀਤਾ ਤੇ ਲੰਗਰ ਵੀ ਚਲਾਇਆ ਤੇ ਡਾਕਟਰ ਸਾਹਿਬ ਦੀ ਸਰਪ੍ਰਸਤੀ ਥੱਲੇ ਹੋਇਆ। ਫਿਰ ਉਹ ਅੰਮ੍ਰਿਤਸਰ ਆਏ ਆ ਤਾਂ ਜੇ ਉਹਨਾਂ ਨੇ ਬੁੱਧ ਧਰਮ ਅਪਣਾਉਣ ਦੀ ਮਤਲਬ ਇਹ ਕਾਨਫਰੰਸਾਂ ਕਰਨੀਆਂ ਸੀ ਤਾਂ ਫਿਰ ਉਹ ਇਹ ਜੋ ਘਟਨਾਕ੍ਰਮ ਹੈ ਇਹ ਕਿਸ ਤਰ੍ਹਾਂ ਵਾਪਰਿਆ ਜੀ। ਫਿਰ ਮਈ ਦੇ ਮਹੀਨੇ ਪਹਿਲੇ ਦੂਜੇ ਹਫ਼ਤੇ ਆਪਣੇ ਲੜਕੇ ਨੂੰ ਤਾਂ ਆਪਣੇ ਭਤੀਜੇ ਨੂੰ ਅੰਮ੍ਰਿਤਸਰ ਭੇਜਿਆ ਜੀ ਤੇ ਫਿਰ ਉਹਨਾਂ ਨੇ ਜਦੋਂ ਇਹ ਸਮਝੌਤਾ ਜਿਹੜਾ ਸੀ ਉਹ ਟੁੱਟ ਗਿਆ ਤੇ ਇਹਨਾਂ ਨੇ ਹਿੰਦੂ ਲੀਡਰਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਜਾਂ ਤਾਂ ਪੂਨਾ ਪੈਕਟ ਲੈ ਲਓ ਜਿਹੜੀਆਂ ਸਹੂਲਤਾਂ ਬਾਅਦ ਦੇ ਵਿੱਚ ਮਿਲੀਆਂ ਜਾਂ ਉਹਦੇ ਵਿੱਚ ਦਰਜ ਸੀਗੀਆਂ ਤੇ ਜਾਂ ਫਿਰ ਤੁਸੀਂ ਧਰਮ ਪਰਿਵਰਤਨ ਕਰ ਲਓ ਸਿੱਖ ਧਰਮ ਵੱਲ ਨੂੰ। ਤੇ ਫਿਰ ਸਤੰਬਰ ਦੇ ਪਹਿਲੇ ਹਫ਼ਤੇ ਉਹਨਾਂ ਨੇ ਬਿਆਨ ਦਿੱਤਾ ਵੀ ਮੈਨੂੰ ਪੂਨਾ ਪੈਕਟ ਨਾਲੋਂ ਸਿੱਖ ਧਰਮ ਪਿਆਰਾ। ਤਾਂ ਫਿਰ ਜਦੋਂ ਉਹਨਾਂ ਇਹ ਇਤਿਹਾਸ ਦੇ ਅੰਦਰ ਇਹ ਜਿਹੜਾ ਘਟਨਾਕ੍ਰਮ ਦੱਬਿਆ ਪਿਆ ਉਹਨੂੰ ਕਿਸੇ ਨੇ ਪੱਟਣ ਦੀ ਜਾਂ ਦੇਖਣ ਦੀ ਖੰਗਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਦਰਸ਼ਕਾਂ ਦੀ ਜਾਣਕਾਰੀ ਲਈ ਇੱਕ ਥੋੜਾ ਹਟਵਾਂ ਜ਼ਿਕਰ ਹੈ ਜੀ। ਗੁਰੂ ਨਾਨਕ ਯੂਨੀਵਰਸਿਟੀ ਤੋਂ 34 ਸਾਲ ਨੌਕਰੀ ਕਰਕੇ ਇੱਕ ਕੋਈ ਡਾਕਟਰ ਕਪੂਰ ਹੈ ਜੀ,
ਜਾਂ ਸ਼ਾਇਦ ਮਹਾਜਨ ਨਾਂ ਨਾ ਹੋਵੇ ਉਹਨਾਂ ਦਾ। ਉਹਨਾਂ ਦੀ 2 ਵਾਰੀ ਇੰਟਰਵਿਊ ਮੈਂ PTC ਤੇ ਸੁਣ ਚੁੱਕਾ ਜੀ। ਉਹਦੇ ਵਿੱਚ ਉਹ ਕਹਿੰਦੇ ਆ, ਉਹਨਾਂ ਨੇ ਉਹ ਸਰਦਾਰ ਕਪੂਰ ਸਿੰਘ ਵਾਲੀ ਉਹਦੇ ਵਿੱਚ ਉਹਨੇ ਗੱਲ ਦੁਹਰਾਈ ਆ ਵੀ ਸੈਂਟਰਲ ਅਸੈਂਬਲੀ ਦਾ ਜੀ ਮੈਂਬਰ ਸਾਡਾ ਹੋਊਗਾ ਕਿ ਡਾਕਟਰ ਅੰਬੇਦਕਰ ਹੋਣਗੇ, ਤੇ ਇੱਦਾਂ ਦੀ ਗੱਲਬਾਤ ਕਰਕੇ ਫਿਰ ਉਹ ਡਾਕਟਰ ਸਾਹਿਬ ਇਹ ਕਹਿੰਦੇ ਆ ਵੀ ਮੈਂ ਲਾਹੌਰੀ ਰਾਮ ਬਾਲੀ ਜੀ ਨੂੰ ਮਿਲਿਆ। ਉਹਨਾਂ ਨੇ ਦੱਸਿਆ ਵੀ ਮੈਂ ਸੇਠ ਕਿਸ਼ਨ ਦਾਸ ਨੂੰ ਬੂਟਾ ਮੰਡੀ ਵਾਲਿਆਂ ਨੂੰ ਲੈ ਕੇ ਨਾਲ ਲੈ ਕੇ ਬਾਬਾ ਸਾਹਿਬ ਨੂੰ ਮਿਲਿਆ ਵੀ ਆਹ ਕਿਤੇ ਇਹ ਕੰਮ ਨਾ ਕਰਿਓ, ਸਿੱਖ ਧਰਮ ਨਾ ਬਣਾ ਲਿਓ, ਵੀ ਪੰਜਾਬ ਦੇ ਵਿੱਚ ਸਾਡੇ ਤਾਂ ਜੱਟਾਂ ਵੱਲੋਂ ਜਾਂ ਸਿੱਖਾਂ ਵੱਲੋਂ ਬੜੇ ਜ਼ੁਲਮ ਹੋ ਰਹੇ ਆ, ਸਾਡੇ ਨਾਲ ਅਤਿਆਚਾਰ ਹੋ ਰਿਹਾ ਆ, ਸਾਡੇ ਨਾਲ ਭਿੰਨ ਭੇਦ ਕਰਦੇ ਆ। ਤੇ ਹੁਣ ਉਹ ਵਿਦਵਾਨ ਹੈਗੇ ਆ, ਵਿਦਵਾਨ ਹੈ, 34 ਸਾਲ ਉਹਨਾਂ ਨੇ ਗੁਰੂ ਨਾਨਕ ਯੂਨੀਵਰਸਿਟੀ ਖਾਲਸਾ ਕਾਲਜ ਨੌਕਰੀ ਵੀ ਕੀਤੀ ਆ। ਤੇ ਉਹ ਜੇ ਹੁਣ ਉਹਨਾਂ ਨੂੰ ਸਵਾਲ ਕਰੀਏ, ਮੈਂ ਉਹਨਾਂ ਦਾ ਫੋਨ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਨਹੀਂ ਮਿਲਿਆ। ਮੈਂ ਕਿਹਾ ਵੀ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਤੁਹਾਨੂੰ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਦੀ ਡੇਟ ਆਫ ਬਰਥ ਪਤਾ? ਉਹਨਾਂ ਦੀ ਬਾਲੀ ਜੀ ਦੀ ਡੇਟ ਆਫ ਬਰਥ 20 ਜੁਲਾਈ 1930 ਆ। ਆਹ ਡਾਕਟਰ ਅੰਬੇਦਕਰ ਜੀਵਨ ਦੇ ਮਿਸ਼ਨ ਹੈ 2017 ਵਾਲਾ, ਇਹ ਬੈਕ ਸਾਈਡ ਤੇ ਹੈ ਸਾਫ ਡੇਟ ਆਫ ਬਰਥ ਲਿਖੀ ਆ ਜੀ ਵੀ ਬਾਬਾ ਸਾਹਿਬ 30 ਦਾ ਜਨਮਿਆ ਤੇ 35 36 ਦੀਆਂ ਘਟਨਾਵਾਂ ਵਾਪਰੀਆਂ। 6 ਸਾਲ ਦਾ ਬੱਚਾ ਤਾਂ ਕੋਈ ਕਿਸੇ ਨੂੰ ਲੈ ਕੇ ਕੋਈ ਮੈਨੂੰ ਨਹੀਂ ਲੱਗਦਾ ਵੀ ਚਲਾ ਗਿਆ ਤੇ ਔਰ ਇੰਨੀ ਸਮਝ ਰੱਖਦਾ ਹੋਊਗਾ ਵੀ ਇੰਨੀਆਂ ਗੱਲਾਂ ਉਹਨਾਂ ਨਾਲ ਜਾ ਕੇ ਕਰਦੀਆਂ ਨੇ। ਹਾਂਜੀ ਜੀ। ਹੁਣ ਕੀ ਇਹਦਾ ਕਾਰਨ ਰਹਿ ਹੋਏਗਾ ਇਹਦੇ ਪਿੱਛੇ? ਹਾਂਜੀ, ਉਹਦਾ ਕਾਰਨ ਇਹ ਆ ਵੀ ਮੈਂ ਹੁਣ ਇਹ ਕਹਾਂ ਵੀ ਉਹ ਡਾਕਟਰ ਕਪੂਰ ਸਾਹਿਬ ਜਾਂ ਮਹਾਜਨ ਹੈਗੇ ਆ, ਉਹਨਾਂ ਦੀ ਅਗਿਆਨਤਾ ਆ ਵੀ ਮੈਂ ਹੁਣ ਇਹ ਤਾਂ ਨਹੀਂ ਕਹਿ ਸਕਦਾ, ਪਰ ਜੋ ਵੀ ਗੱਲਬਾਤ TV ਚੈਨਲਾਂ 'ਤੇ ਹੁੰਦੀ ਆ ਜਾਂ ਕਿਸੇ ਮੀਡੀਆ 'ਤੇ ਹੁੰਦੀ ਆ, ਲੋਕੀ ਉਹਨੂੰ ਐਜ ਇਟ ਇਜ਼ ਉਹਨੂੰ ਅਪਣਾ ਲੈਂਦੇ ਆ, ਪਰ ਉਹਦੀ ਤਹਿ ਜਾਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਜਿਹੜਾ ਸੱਚ ਆ ਉਹ ਮੈਂ ਹੁਣ ਚੈਨਲ ਰਾਹੀਂ ਸਾਹਮਣੇ ਕਰ ਦਿੱਤਾ ਆ ਕਿ 5-6 ਸਾਲ ਦਾ ਬੱਚਾ ਜਾਂ 7 ਸਾਲ ਦਾ ਬੱਚਾ ਤੇ ਡਾਕਟਰ ਸਾਹਿਬ ਨੂੰ ਜਾ ਕੇ ਕੋਈ ਸਲਾਹ ਤਾਂ ਦੇ ਨਹੀਂ ਸਕਦਾ, ਤੇ ਨਾ ਕਿਸੇ ਨੂੰ ਨਾਲ ਲਿਜਾ ਕੇ ਡਾਕਟਰ ਸਾਹਿਬ ਨੂੰ ਕੋਈ ਕਹਿ ਸਕਦਾ ਤੁਸੀਂ ਇੱਦਾਂ ਕਰੋ ਜਾਂ ਇੱਦਾਂ ਕਰੋ। ਸੋ ਜਿਹੜੀ ਗੱਲਬਾਤ ਆਪਣੀ ਹੁਣ ਤੱਕ ਹੋਈ ਆ ਉਹਦੇ 'ਚ 1-2 ਚੀਜ਼ਾਂ ਜ਼ਰੂਰ ਆਉਣੀਆਂ, ਖਾਸ ਤੌਰ 'ਤੇ ਜਿੱਦਾਂ ਵਿਦਵਾਨਾਂ ਦੀ ਆਪਾਂ ਗੱਲ ਕਰ ਲਿਆ, ਆਪਾਂ ਸਾਰੇ ਵਿਦਵਾਨਾਂ ਦੀ ਗੱਲ ਕਰਦੇ ਹਾਂ। ਹਾਂਜੀ, ਮੈਨੂੰ ਲੱਗਦਾ ਕਿ ਜਿਹੜੇ ਆਪਣੇ ਆਪ ਨੂੰ ਵਿਦਵਾਨ ਐਲਾਨ ਦਿੰਦੇ ਆ, ਕੋਸ਼ਿਸ਼ ਕਰਦੇ ਜਾਂ ਕਿਤਾਬਾਂ ਲਿਖਣ ਵਾਲੇ ਜਿਹੜੇ ਲੋਕ ਨੇ, ਹਾਂਜੀ, ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਸੋਰਸ ਮਟੀਰੀਅਲ ਹੁੰਦਾ ਨਾ ਉਹ ਪੁਰਾਣੀਆਂ ਕਿਤਾਬਾਂ ਦੇ ਵਿੱਚੋਂ ਹੀ ਆਉਂਦਾ, ਔਰ ਕਿਤਾਬਾਂ ਦੇ ਵਿੱਚੋਂ ਕਰਕੇ ਥੋੜ੍ਹਾ ਬਹੁਤ ਆਪਣੇ ਵਿੱਚ ਰਲਾ ਕੇ ਉਹਨੂੰ ਔਰ ਜੋ ਸਾਬਤ ਕਰਨਾ ਚਾਹੁੰਦੇ ਹੁੰਦੇ ਆ ਉਹਦੇ ਹਿਸਾਬ ਨਾਲ ਚੋਣ ਕਰ ਲੈਂਦੇ ਵੀ ਮੈਂ ਆਹ ਚੀਜ਼ ਚੁੱਕਣੀ ਆ ਤੇ ਆਹ ਚੀਜ਼ ਛੱਡਣੀ ਆ, ਤੇ ਉਹਦੇ ਹਿਸਾਬ ਨਾਲ ਉਹਨੂੰ ਦੇਣਾ ਸ਼ੁਰੂ ਕਰ ਦਿੰਦੇ ਆ। ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹਦੇ ਨਾਲ ਸਾਡੇ ਸਮਾਜ ਦਾ ਨੁਕਸਾਨ ਵੀ ਬਹੁਤ ਹੋ ਰਿਹਾ। ਭੇਦਭਾਵ ਨੂੰ ਮੈਨੂੰ ਲੱਗਦਾ ਜਿਹੜਾ ਇਹ ਅਸੀਂ ਬਿਨਾਂ ਸੋਚੇ ਸਮਝੇ ਜਾਂ ਅਸੀਂ ਸੋਚ ਸਮਝ ਕੇ ਇੱਕ ਨੀਤੀ ਤਹਿਤ ਜਿਹੜੀ ਇੱਦਾਂ ਦੀਆਂ ਗੱਲਾਂ ਕਰਦੇ ਆ, ਸਾਨੂੰ ਉਦੋਂ ਬਹੁਤ ਅਵੋਇਡ ਕਰਨ ਦੀ ਲੋੜ ਹੈ। ਇਹ ਤੁਹਾਡਾ ਜੋ ਤੁਸੀਂ ਬਿਆਨ ਕੀਤਾ ਠੀਕ ਹੈ, ਵੀ ਇਹ ਬੇਨਤੀ ਮੈਂ ਕਰਨੀ ਚਾਹੁੰਦਾ ਜੀ ਵੀ ਸੰਸਾਰ ਦੇ ਵਿੱਚ ਜਿੰਨੇ ਵੀ ਮਹਾਨ ਇਨਸਾਨ ਹੋਏ, ਜਿਨ੍ਹਾਂ ਨੇ ਨੁਕਤਾ ਅਤੇ ਭਲੇ ਲਈ ਸਮਾਜ ਨੂੰ ਬਦਲਣ ਲਈ ਜੀ ਕੁਝ ਵਿਚਾਰ ਦਿੱਤੇ ਆ ਜਾਂ ਉਹਦੀ ਕੁਰਬਾਨੀ ਕੀਤੀ ਆ ਜੀ, ਸਾਨੂੰ ਖੂਹ ਦੇ ਡੱਟੂ ਨਹੀਂ ਬਣਨਾ ਚਾਹੀਦਾ ਜੀ ਵੀ ਅਸੀਂ ਕਿਸੇ ਖਾਸ ਦਾ ਘੇਰੇ ਦੇ ਵਿੱਚ ਹੀ ਅਸੀਂ ਇੱਦਾਂ ਘੁੰਮਦੇ ਰਹੀਏ, ਜਿਵੇਂ ਖੂਹ ਦੇ ਵਿੱਚ ਡੱਡੂ ਘੁੰਮਦਾ ਰਹਿੰਦਾ ਤੇ ਉਹਨੂੰ ਬਾਹਰਲੇ ਸੰਸਾਰ ਦਾ ਕੋਈ ਪਤਾ ਨਹੀਂ। ਵੀ ਸਾਨੂੰ ਆਪਣੀ ਜਿਹੜੀ ਦਸ਼ਾ ਆ, ਮਾਨਸਿਕ ਦਸ਼ਾ ਆ, ਉਹ ਇਸ ਤਰ੍ਹਾਂ ਦੀ ਨਹੀਂ ਬਣਾਉਣੀ ਚਾਹੀਦੀ। ਔਰ ਸਾਡਾ ਜਿਹੜਾ ਇੱਥੇ ਦਾ ਵਿਰਸਾ ਆ, ਜਿਸ ਧਰਤੀ 'ਤੇ ਅਸੀਂ ਜੰਮੇ ਪਲੇ ਆ, ਪੈਦਾ ਹੋਏ ਆ, ਜਾਂ ਦਲਿਤ ਭਾਈਚਾਰਾ ਰਹਿੰਦਾ ਆ, ਸਿੱਖ ਰਹਿੰਦੇ ਆ, ਮੁਸਲਮਾਨ ਰਹਿੰਦੇ ਆ, ਤਾਂ ਇੱਥੇ ਦੇ ਵਿਰਸੇ ਬਾਰੇ ਤੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਔਰ ਬਾਬਾ ਸਾਹਿਬ ਦੀਆਂ ਜਿਹੜੀਆਂ ਲਿਖਤਾਂ ਆ, ਸਿਰਫ ਉਹਨਾਂ ਦਾ ਬਾਬਾ ਸਾਹਿਬ ਦਾ ਸਿਰਫ ਨਾਂ ਲੈ ਲੈਣਾ, ਉਹਨਾਂ ਨੂੰ ਮੱਥਾ ਟੇਕ ਲੈਣਾ, ਚਲੋ ਉਹ ਰਿਸਪੈਕਟ ਵਜੋਂ ਠੀਕ ਹੈ, ਨਾਂ ਵੀ ਲੈਣਾ ਬਣਦਾ, ਮੱਥਾ ਵੀ ਚਲੋ ਜੇ ਟੇਕ ਲਿਆ ਠੀਕ ਹੈ, ਪਰ ਸਭ ਤੋਂ ਜਿਹੜੀ ਵੱਡੀ ਗੱਲ ਆ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਆ, ਉਹ ਮੈਂ ਤਾਂ ਮਹਿਸੂਸ ਕਰਦਾ ਵੀ ਇੱਕ ਜ਼ਿੰਦਗੀ 'ਚ ਕੋਈ ਬੰਦਾ ਉਹਨੂੰ ਬੜੀ ਮੁਸ਼ਕਿਲ ਦੇ ਨਾਲ ਪੜ੍ਹ ਵੀ ਨਹੀਂ ਸਕਦਾ। ਪਰ ਸਰਦਾਰ ਜੀ ਮੈਂ ਇਹ ਮਹਿਸੂਸ ਕਰਦਾ ਕਿ ਠੀਕ ਹੈ
ਅਸੀਂ ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਹੋਏ, ਜਾਗਰੂਕ ਲੋਕ ਆਏ, ਜਿਨ੍ਹਾਂ ਨੇ ਸਿਆਸੀ ਤੌਰ 'ਤੇ ਸਾਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ, ਸਾਨੂੰ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਸਾਨੂੰ ਇਹ ਬਿਲਕੁਲ ਜਿਹੜਾ ਉਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਸਾਰੀਆਂ ਚੀਜ਼ਾਂ ਅਸੀਂ ਕਰਨ ਦੇ ਸਮਰੱਥ ਤਾਂ ਹੀ ਹੋਏ ਹਾਂ ਜੇ ਸਾਡੇ ਕੋਲ ਪਹਿਲਾਂ ਗੁਰੂ ਨਾਨਕ ਸਾਹਿਬ ਸੀਗੇ, ਜੇ ਰਵਿਦਾਸ ਮਹਾਰਾਜ ਸੀਗੇ, ਜੇ ਕਬੀਰ ਸਾਹਿਬ ਸੀਗੇ, ਜੇ ਉਹ ਅਧਿਆਤਮਿਕ ਸਾਡੇ ਜਿਹੜੇ ਲੀਡਰ ਨੇ, ਸਾਡੇ ਅਧਿਆਤਮਿਕ ਗੁਰੂ ਨੇ, ਜੇ ਉਹ ਸਤਿਗੁਰੂ ਦਾ ਜਿਹੜਾ ਦਰਜਾ ਰੱਖਦੇ ਨੇ, ਜੇ ਉਹ ਲੋਕ ਹੈਗੇ ਨੇ ਤੇ ਉਹਨਾਂ ਦੀ ਸੱਚੀ ਬਾਣੀ ਹੈ, ਮੈਨੂੰ ਲੱਗਦਾ ਉਹ ਫਿਰ ਵੀ ਉਹਦਾ ਰੁਤਬਾ ਬਹੁਤ ਉੱਚਾ ਆ। ਔਰ ਸਾਨੂੰ ਆਪਣੇ ਆਪ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਉਸ ਯੋਗ ਹੋ ਸਕੀਏ, ਉਸ ਮਹਾਨ ਰੁਤਬੇ ਨੂੰ ਸਮਝਣ ਦੇ ਅਸੀਂ ਕਾਬਲ ਹੋ ਸਕੀਏ। ਉਹ ਤਾਂ ਹੀ ਹੋ ਪਾਵਾਂਗੇ ਜੇ ਅਸੀਂ ਆਪਣੇ ਅੰਦਰੋਂ ਜਾਤ ਪਾਤ ਦੀਆਂ ਸੌੜੀਆਂ ਵਲਗਣਾਂ ਨੂੰ, ਇੱਕ ਦੂਜੇ ਪ੍ਰਤੀ ਈਰਖਾ ਨੂੰ ਆਪਣੇ ਅੰਦਰੋਂ ਕੱਢ ਕੇ ਬਾਹਰ ਮਾਰਾਂਗੇ, ਤਾਂ ਹੀ ਅਸੀਂ ਸੱਚਾ ਗਿਆਨ ਲੈ ਸਕਾਂਗੇ ਤੇ ਫਿਰ ਹੀ ਸੱਚੇ ਵਿਦਵਾਨ ਬਣ ਸਕਾਂਗੇ ਤੇ ਫਿਰ ਹੀ ਅਸੀਂ ਦੁਨੀਆ ਨੂੰ ਕੁਝ ਪਹੁੰਚਾ ਸਕਾਂਗੇ। ਇਹ ਭਾਈ ਸਾਹਿਬ ਜੀ ਮੈਂ ਆਪਣੀ ਬੁੱਕ 'ਚ ਜ਼ਿਕਰ ਵੀ ਕੀਤਾ ਆ ਜੀ। ਬਾਬਾ ਸਾਹਿਬ ਨੇ ਆਪਣੇ ਵੋਲਿਊਮ ਦੇ ਵਿੱਚ ਵੀ ਇੱਕ ਜਗ੍ਹਾ ਹੈਗਾ ਆ ਜੀ, ਵੋਲਿਊਮ 3 ਦੇ ਵਿੱਚ ਲਿਖਿਆ ਆ ਜੀ ਭਈ ਉਹਨਾਂ ਨੇ ਕਿਹਾ ਮੇਰੇ 3 ਗੁਰੂ ਆ ਜੀ। ਇੱਕ ਮਹਾਤਮਾ ਜੋਤੀ ਰਾਏ ਫੂਲੇ ਜੀ, ਆਪਣੇ ਪਹਿਲਾਂ ਕਬੀਰ ਸਾਹਿਬ ਦਾ ਬੁੱਧ ਦਾ ਨਾਂ ਆ ਜੀ, ਫਿਰ ਕਬੀਰ ਸਾਹਿਬ ਦਾ, ਤਾਂ ਫਿਰ ਮਹਾਤਮਾ ਜੋਤੀ ਰਾਏ ਫੂਲੇ ਦਾ ਜੀ। ਤੇ ਜਿੱਥੋਂ ਜਾਤਪਾਤ ਦਾ ਬੀਜਨਾਸ ਜਿਹੜੀ ਕਿਤਾਬ ਹੈ, ਜਿਹੜੀ ਉਹਨਾਂ ਦੀ ਫਿਲਾਸਫੀ ਦਾ ਆਧਾਰ ਹੈ ਜੀ, ਜਿਹਦਾ ਪਿੱਛੇ ਜ਼ਿਕਰ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਪਹਿਰੇ 'ਚ ਲਿਖਿਆ ਕਿ ਸਾਨੂੰ ਉਸ ਰਾਹ 'ਤੇ ਡਟ ਕੇ ਖੜੇ ਹੋਣਾ ਪਊਗਾ ਜਿਸ ਰਾਹ 'ਤੇ ਬੁੱਧ ਖਲੋਤੇ ਸਨ ਜੀ। ਸਾਨੂੰ ਉਸ ਰਾਹ 'ਤੇ ਡਟ ਕੇ ਖੜੇ ਹੋਣਾ ਪਊਗਾ ਜਿਸ ਰਾਹ 'ਤੇ ਨਾਨਕ ਖਲੋਤੇ ਸਨ ਜੀ। ਤੇ ਜਿਹੜਾ ਬੁੱਧ ਦਾ ਉਹਨਾਂ ਦੀ ਡਾਕਟਰ ਸਾਹਿਬ ਦਾ ਆਪਣਾ ਅਧਿਐਨ ਜਾਂ ਉਹਨਾਂ ਦੀ ਲਿਖਤ ਤੋਂ ਇਹ ਮਹਿਸੂਸ ਹੁੰਦਾ ਵੀ ਬੁੱਧ ਦਾ ਤੇ ਨਾਨਕ ਦਾ ਰਾਹ ਜਿਹੜਾ ਆ, ਕਬੀਰ ਸਾਹਿਬ ਦਾ, ਮਹਾਤਮਾ ਜੋਤੀ ਰਾਏ ਫੂਲੇ ਦਾ, ਉਹ ਆਪਣੇ ਜਿਸ ਵੀ ਸਮੇਂ ਉਹਨਾਂ ਨੇ ਇੱਥੇ ਜਨਮ ਲਿਆ ਤੇ ਉਹਨਾਂ ਦਾ ਜਿਹੜਾ ਰਾਹ ਆ ਉਹ ਰਲਦਾ ਮਿਲਦਾ ਹੈ ਜਾਂ ਇੱਕ ਹੀ ਹੈ। ਬਿਲਕੁਲ ਜੀ, ਇਹ ਵੀ ਗੱਲ ਕਹੀ ਹੈ ਕਿ ਡਾਕਟਰ ਸਾਹਿਬ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਆਪਾਂ ਮਹਾਤਮਾ ਬੁੱਧ ਦਾ ਰਸਤਾ ਔਰ ਗੁਰੂ ਨਾਨਕ ਸਾਹਿਬ ਦਾ ਰਸਤਾ ਇਹ ਆਪਸ ਵਿੱਚ ਆਪਾ ਵਿਰੋਧੀ ਨਹੀਂ ਹੈ। ਇਹ ਸਾਡੇ ਹਿੰਦੁਸਤਾਨਾਂ, ਜਿਵੇਂ ਆਪਾਂ ਹਿੰਦੁਸਤਾਨ ਮੁਲਕ ਕਹਿੰਦੇ, ਹਿੰਦੁਸਤਾਨੀ ਕਲਚਰ ਜਿਹਦਾ ਬਾਰ-ਬਾਰ ਜ਼ਿਕਰ ਵੀ ਆਉਂਦਾ ਆ, ਤੇ ਉਹਦਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਸਹੀ ਪ੍ਰਤੀਬਿੰਬ ਆ ਉਹ ਇਹਨਾਂ ਮਹਾਂਪੁਰਖਾਂ ਦੇ ਵਿੱਚ ਝਲਕਦਾ। ਔਰ ਸਾਨੂੰ ਉਹਨਾਂ ਦੇ ਜਿਹੜਾ ਫਲਸਫਾ ਆ ਉਹਨੂੰ ਸਮਝ ਕੇ ਤੋਂ ਆਪਣੀ ਜਿਹੜੀ ਥੋੜ੍ਹੀ ਰਿਚਨੈਸ ਹੈ ਉਹਨੂੰ ਸਮਝਣਾ ਚਾਹੀਦਾ। ਤੇ ਜਿਹੜੇ ਬਾਹਰੋਂ ਜਿਵੇਂ ਕਿ ਜ਼ਿਕਰ ਪੁਸਤਕਾਂ ਦੇ ਵਿੱਚ ਵੀ ਆਇਆ ਕਿ ਜਿਹੜੀਆਂ ਫਲਸਫੇ ਜਿਹੜੇ ਆ ਹਿੰਦੁਸਤਾਨ ਦੇ ਨਹੀਂ ਹੈ, ਜਿਹੜੇ ਕਿ ਸਭ ਸਾਂਝੀਵਾਲਤਾ ਦੇ ਫਲਸਫੇ ਨਹੀਂ ਹੈ, ਜਿਹੜੇ ਕਿ ਕਿਸੇ ਵੀ ਚੀਜ਼ 'ਤੇ ਗਲਬਾ ਕਰਦੇ ਫਲਸਫੇ ਨੇ, ਕਿਸੇ ਨੂੰ ਆਪਣੇ ਹੀ ਪਿੱਛੇ ਲਾਉਣ ਦੇ ਫਲਸਫੇ ਨੇ, ਜਿਹੜੇ ਦੂਜੇ ਦੀ ਮਨੁੱਖਤਾ, ਜਿਹੜੀ ਧਾਰਮਿਕ ਅਕੀਦੇ ਨੂੰ ਆਜ਼ਾਦੀ ਨਾ ਦੇਣ ਦੇ ਫਲਸਫੇ ਨੇ, ਮੈਨੂੰ ਲੱਗਦਾ ਕਿ ਉਹਨਾਂ ਤੋਂ ਬਹਾ ਕੇ ਲੈ ਜਾਂਦੇ ਨੇ ਡਾਕਟਰ ਅੰਬੇਦਕਰ। ਔਰ ਬੇਸ਼ੱਕ ਉਹ ਧਰਮ ਤਬਦੀਲੀ ਲਈ ਉਹਨਾਂ ਨੇ ਪੂਰਾ ਜ਼ੋਰ ਲਾਇਆ, ਪਰ ਅਖੀਰ ਨੂੰ ਉਹਨਾਂ ਨੇ ਇਸ ਗੱਲ ਦੇ 'ਤੇ ਜ਼ਰੂਰ ਸਾਨੂੰ ਐਪਰੀਸ਼ੀਏਟ ਕਰਨਾ ਬਣਦਾ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਅਸੀਂ ਉਹ ਪੰਥ ਬਦਲਿਆ, ਅਸੀਂ ਪੰਥ ਆਪਣਾ ਜ਼ਰੂਰ ਬਦਲ ਲਿਆ, ਚਾਹੇ ਬੁੱਧ ਜੀ ਦਾ ਹੋਵੇ ਤੇ ਚਾਹੇ ਨਾਨਕ ਜੀ ਦਾ ਹੋਵੇ, ਪਰ ਅਸੀਂ ਆਪਣਾ ਹਿੰਦੁਸਤਾਨ ਦਾ, ਇਸ ਭਾਰਤ ਭੂਮੀ ਦਾ, ਜਿਹਨੂੰ ਇੰਡੀਆ ਵੀ ਕਹਿੰਦੇ ਆ, ਅਸੀਂ ਇੱਥੋਂ ਦਾ ਜਿਹੜਾ ਰਿਚਨੈਸ ਹੈ ਕਲਚਰ ਦੀ, ਜਿਹੜਾ ਸਾਂਝੀਵਾਲਤਾ ਦੀ ਜਿਹੜੀ ਕਲਚਰ ਆ, ਅਸੀਂ ਉਹਨੂੰ ਢਾਹ ਨਹੀਂ ਲੱਗਣ ਦਿੱਤੀ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਵਾਹਿਗੁਰੂ ਜੀ।